ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਦਵਿੰਦਰ ਸਿੰਘ ਹਾਲੈਂਡ ਤੋਂ ਹੈ। ਪਹਿਲੇ ਵੀ ਕੁਝ ਵੀਡੀਓ ਬਣਾ ਕੇ ਸਿੱਖ ਧਰਮ ਨਾਲ ਸੰਬੰਧਿਤ ਸੰਗਤਾਂ ਦੀ ਸੇਵਾ ਵਿੱਚ ਪੇਸ਼ ਕੀਤੀਆਂ ਸਨ ਅਤੇ ਅਜੇ ਕੁਝ ਹੋਰ ਇੰਤਜ਼ਾਰ ਕਰਨ ਦਾ ਵਿਚਾਰ ਸੀ, ਪਰ ਕਈ ਵਾਰੀ ਕੁਝ ਅਜਿਹਾ ਹੋ ਜਾਂਦਾ ਹੈ ਕਿ ਸੰਗਤਾਂ ਦੇ ਸਾਹਮਣੇ ਫਿਰ ਕੁਝ ਨਾ ਕੁਝ ਵਿਚਾਰ ਰੱਖਣ ਦੀ ਐਸੀ ਕੋਈ ਜ਼ਰੂਰਤ ਪੈ ਜਾਂਦੀ ਹੈ। ਕੁਝ ਸਮੇਂ ਤੋਂ ਵਿਸ਼ਵ ਤੇ ਕਰੋਨੇ ਦਾ ਬਹੁਤ ਜ਼ਿਆਦਾ ਸੰਤਾਪ ਦੁਨੀਆ ਹੰਢਾ ਰਹੀ ਹੈ। 1 ਕਰੋੜ ਦੇ ਨੇੜੇ ਲੋਕ ਪ੍ਰਭਾਵਿਤ ਹੋਏ ਹਨ ਅਤੇ ਲੱਖਾਂ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਇਸ ਦੇ ਦਰਮਿਆਨ ਇੰਡੀਆ ਦੀ ਗੱਲ ਕਰਾਂ, ਮੈਂ ਅੱਜ ਦੀ ਵੀਡੀਓ ਕਿਉਂ ਬਸ ਬੈਠੇ ਬੈਠੇ ਹੀ ਵਿਚਾਰ ਬਣ ਗਿਆ। ਵਿਚਾਰ ਦਾ ਭਾਵ ਇਹ ਹੈ ਕਿ ਸਾਡੇ ਦੇਸ਼ ਵਿੱਚ ਸਿੱਖ ਜੋ ਹਨ, ਦੁਨੀਆ ਵਿੱਚ ਸਭ ਤੋਂ ਦਿਆਲੂ ਕੌਮ ਹੈ। ਇਹ ਸਭ ਸਤਿਗੁਰੂ ਨਾਨਕ ਦੀ ਕਿਰਪਾ ਹੈ। ਸਤਿਗੁਰੂ ਨਾਨਕ ਦਾ ਸੰਬੰਧ ਅੱਜ ਅਸੀਂ ਕਰੋਨਾ ਦੇ ਇਸ ਸਮੇਂ ਦੇ ਨਾਲ ਜੋੜ ਕੇ ਇਹ ਵੀਡੀਓ ਜੋ ਹੈ ਇਹ ਬਣਾਉਣੀ ਹੈ। ਸਤਿਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ, ਦੁਨੀਆ ਤੇ ਅੰਧੇਰਾ ਜੋ ਹੈ ਅਗਿਆਨਤਾ ਦਾ, ਉਹ ਦੂਰ ਹੋਣਾ ਸ਼ੁਰੂ ਹੋ ਗਿਆ। ਬਚਪਨ ਤੋਂ ਲੱਗ ਕੇ ਦੁਨਿਆਵੀ ਜੀਵਨ ਦੇ ਇੱਕ ਇੱਕ ਪਲ ਵਿੱਚ ਸਤਿਗੁਰ ਨੇ ਹਰ ਰੋਜ਼ ਦੁਨੀਆ ਨੂੰ ਮਾਰਗ ਦਿਖਾਇਆ। ਸਤਿਗੁਰੂ ਨਾਨਕ ਸਾਹਿਬ 15 ਸਾਲ ਦੇ ਜਦੋਂ ਹੋ ਗਏ ਤਾਂ ਕੰਮ ਕਰ ਉਹ ਜੋ ਫਕੀਰੀ ਭਾਵਨਾਵਾਂ ਦੇ ਨਾਲ ਦੁਨੀਆ ਦਾ ਆਧਾਰ ਕਰਦੇ ਸਨ, ਉਹਨਾਂ ਦਾ ਇੱਕ ਇੱਕ ਪਲ ਜੋ ਹੈ ਪਰਮਾਤਮਾ ਦੇ ਨਾਮ ਨਾਲ ਜੋ ਜੁੜ ਕੇ ਉਪਦੇਸ਼ ਦਿੰਦੇ ਸਨ, ਉਹ ਜਦੋਂ ਕਿਸੇ ਦੁਨਿਆਵੀ ਕੰਮ ਦੇ ਵਿੱਚ ਨਾ ਰੁੱਝ ਸਕੇ, ਪਿਤਾ ਜੀ ਕਾਲੂ ਜੀ ਨੇ ਬੜਾ ਹੀ ਉਦਮ ਕੀਤਾ ਕਿ ਇਹ ਵਪਾਰ ਕਰਨ, ਪਰ ਉਹਨਾਂ ਨੇ ਵਪਾਰ ਤਾਂ ਕੀਤਾ, ਉਹ ਵਪਾਰ ਕੀਤਾ ਜਿਸ ਵਪਾਰ ਨੂੰ ਅੱਜ ਜੋ ਕੋਈ ਵੀ ਫੋਲੋ ਕਰਦਾ ਹੈ, ਉਹ ਦੁਨੀਆ ਤੇ ਐਸੀ ਕਮਾਈ ਕਰਦਾ ਹੈ ਕਿ ਵਪਾਰ ਦਾ ਐਸਾ ਲਾਹਾ ਲੈਂਦਾ ਹੈ, ਐਸਾ ਲਾਹਾ ਮਿਲਦਾ ਹੈ ਕਿ ਜੋ ਦਰਗਾਹ ਦੇ ਵਿੱਚ ਜਿੱਦਾਂ ਪੈਸਾ ਟਣਕਦਾ ਹੈ ਨਾ, ਐਸਾ ਹੀ ਪੈਸਾ ਉਹ ਟਣਕਦਾ ਹੈ। ਬਾਕੀ ਮਾਇਆ ਜੋ ਹੈ, ਕਬੀਰ ਜੀ ਨੇ ਵੀ ਆਪਣੇ ਸ਼ਬਦਾਂ ਵਿੱਚ ਲਿਖਿਆ ਹੈ ਕਿ ਤੂੰ ਸਾਰੀ ਉਮਰ ਪੈਸਾ ਕੌਡੀ ਕੌਡੀ ਜੋੜ ਕੇ ਜਮ੍ਹਾਂ ਕੀਤੀ ਹੈ,
हे प्राणी, ਜਾਂਦੀ ਵਾਰ ਤਾਂ ਤੇਰੇ ਉਹ ਲੰਗੋਟੀ ਜੋ ਹੈ, ਭਾਵ ਕਿ ਸੋਨਾ ਚਾਂਦੀ ਵਸਤਰ ਜੋ ਤੈ ਕਮਾਏ ਹਨ, ਉਹ ਸਭ ਅਜਾਈ ਗਏ ਹਨ, ਤੇਰੇ ਨਾਲ ਕੁਝ ਨਹੀਂ ਗਿਆ। ਸੋ ਐਸਾ ਵਪਾਰ ਸਤਿਗੁਰੂ ਨਾਨਕ ਸਾਹਿਬ ਨੇ ਕੀਤਾ ਹੈ। ਤਾਂ ਜਦੋਂ 15 ਸਾਲ ਦੀ ਉਮਰ ਦੇ ਵਿੱਚ ਦੁਨਿਆਵੀ ਕੰਮਾਂ ਵਿੱਚ ਨਾ ਭਿੱਜ ਸਕੇ ਨਾ, ਤੇ ਸਧਾਰਨ ਇਹ ਹੈ, ਪਿਤਾ ਜੀ ਕਈ ਵਾਰੀ ਨਾਰਾਜ਼ ਤਾਂ ਹਰੇਕ ਤੇ ਹੋ ਜਾਂਦੇ ਹਨ। ਹਰ ਇੱਕ ਪਿਤਾ ਚਾਹੁੰਦਾ ਹੈ ਕਿ ਉਸ ਦਾ ਬੱਚਾ ਜੋ ਹੈ ਉਹ ਦੁਨੀਆ ਵਿੱਚ ਸਫਲ ਹੋਵੇ, ਪਰ ਅਜਿਹਾ ਨਹੀਂ ਹੈਗਾ। ਸਤਿਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੋ ਸਨ ਉਹ ਸਮਝਦੇ ਨਹੀਂ ਸਨ। ਅਜਿਹਾ ਮਤ ਸੋਚਣਾ। ਉਹ ਤੇ ਸਾਨੂੰ ਸਮਝਾਉਣ ਵਾਸਤੇ ਇੱਕ ਅਜਿਹਾ ਕਾਰਜ ਕਰਕੇ ਵਿਖਾਉਂਦੇ ਸਨ ਕਿ ਦੁਨੀਆ ਨੂੰ ਸਮਝ ਆ ਜਾਏ ਕਿ ਪਿਤਾ ਅਤੇ ਪੁੱਤਰ ਤੇ ਬਿਜ਼ਨਸ ਇੱਕ ਹੀ ਚੀਜ਼ਾਂ ਹਨ। ਕਦੀ ਅਜਿਹਾ ਹੋ ਸਕਦਾ ਹੈ ਕਿ ਸਤਿਗੁਰੂ ਨਾਨਕ ਦੇ ਪਿਤਾ ਜੋ ਉਹਨੂੰ ਗੁੱਸੇ 'ਚ ਨਾਰਾਜ਼ ਹੋ ਕੇ ਲਫੇੜੇ ਮਾਰਨ? ਨਹੀਂ, ਐਸਾ ਨਹੀਂ ਹੈ। ਇਹ ਸਾਨੂੰ ਦੁਨੀਆ ਨੂੰ ਸਮਝਾਉਣ ਵਾਸਤੇ ਹੈ। ਅੱਗੇ ਗੱਲ ਚੱਲਦੀ ਹੈ, ਸਤਿਗੁਰੂ ਜੀ ਦੀ ਭੈਣ ਬੀਬੀ ਨਾਨਕੀ ਸੁਲਤਾਨਪੁਰ ਵਿਖੇ ਭਾਈਆ ਜੈ ਰਾਮ ਜੀ ਦੇ ਘਰ ਵਿਆਹੇ ਹੋਏ ਸਨ। ਉਹਨਾਂ ਦੀ ਪਤਨੀ ਸਨ, ਧਰਮ ਪਤਨੀ ਸਨ। ਬੀਬੀ ਜੀ ਆਏ ਤੇ ਸਤਿਗੁਰੂ ਨਾਨਕ ਨੂੰ ਪਿਆਰ ਦੇ ਨਾਲ, ਕਿਉਂਕਿ ਇੱਕੋ ਹੀ ਭਾਈ ਸੀ, ਬਹੁਤ ਪਿਆਰ ਕਰਦੇ ਸਨ, ਉਹਨਾਂ ਨੂੰ ਨਾਲ ਲੈ ਗਏ ਕਿ ਚੱਲ, ਪਿਤਾ ਜੀ ਨੂੰ ਆਗਿਆ ਹੈ ਕਿ ਮੈਂ ਇਹਨਾਂ ਨੂੰ ਨਾਲ ਲੈ ਜਾਣਾ ਹੈ, ਮੇਰੇ ਕੋਲ ਰਹਿਣਗੇ। ਅੱਜ ਵੀ ਬਹੁਤ ਭਰਾ ਹਨ ਜੋ ਭੈਣਾਂ ਦੇ ਕੋਲ ਚਲੇ ਜਾਂਦੇ ਹਨ। ਇਹ ਦੁਨੀਆ ਨੂੰ ਦਿਖਾਉਣ ਵਾਸਤੇ ਸਤਿਗੁਰੂ ਨੇ ਆਪਣੇ ਹੀ ਸਾਰੇ ਖੇਲ ਰਚਾਏ ਹੋਏ ਸਨ। ਲਿਜਾ ਕੇ ਉੱਥੇ ਦਾ ਜੋ ਨਵਾਬ ਸੀ, ਦੌਲਤ ਖਾਨ ਉਸਦਾ ਨਾਮ ਸੀ, ਜਿਸ ਦੇ ਕੋਲ ਭਾਈਆ ਜੈ ਰਾਮ ਜੀ ਨੌਕਰੀ ਕਰਦੇ ਸਨ, ਉਹਨਾਂ ਦੇ ਮੋਦੀਖਾਨੇ ਦੇ ਵਿੱਚ ਸਤਿਗੁਰੂ ਨੂੰ ਨੌਕਰੀ ਤੇ ਲਵਾ ਦਿੱਤਾ ਹੈ। ਸਤਿਗੁਰੂ ਨੌਕਰੀ ਸ਼ੁਰੂ ਕੀਤੀ ਹੈ। ਮੋਦੀਖਾਨਾ ਕੀ ਹੈ? ਮੋਦੀਖਾਨਾ ਹੈ ਜਿੱਥੇ ਭੰਡਾਰ ਰੱਖਿਆ ਹੁੰਦਾ ਹੈ, ਅਤੇ ਉਹ ਭੰਡਾਰਾ ਜੋ ਹੈ ਉਹ ਲੋਕਾਂ ਨੂੰ ਸਮਾਨ ਵੇਚਣਾ ਹੈ, ਪੈਸੇ ਇਕੱਠੇ ਕਰਨੇ ਹਨ, ਤੇ ਜੋ ਰਕਮ ਬਣਦੀ ਹੈ ਉਹ ਮਾਲਕ ਦੇ ਕੋਲ ਜਮ੍ਹਾਂ ਕਰਾਉਣੀ। ਸਤਿਗੁਰੂ ਨਾਨਕ ਸਾਹਿਬ ਮੋਦੀਖਾਨਾ ਚਲਾਉਣ ਲੱਗ ਪਿਆ। ਸਾਰਾ ਦਿਨ ਸਮਾਧੀ ਲੱਗੀ ਰਹਿਣੀ। ਜੇ ਕੋ ਆਇਆ ਪੈਸੇ ਦੇ ਗਿਆ ਤਾਂ ਵੀ ਠੀਕ ਹੈ, ਜੇ ਕੋਈ ਨਹੀਂ ਦੇ ਕੇ ਗਿਆ, ਤੇਰਾ ਕਹੀ ਜਾਣਾ ਵੀ ਸਭ ਕੁਝ ਅਕਾਲ ਪੁਰਖ ਤੇਰਾ ਹੈ। ਅਤੇ ਤਖੜੀ ਦੇ ਵਿੱਚ ਪਾ ਕੇ ਛਾਬੇ ਭਰ ਕੇ, ਆਏ ਸਵਾਲੀ ਦੀਆਂ ਝੋਲੀਆਂ ਭਰ ਕੇ ਉਹਨਾਂ ਨੂੰ ਦੇਈ ਜਾਣੀ। ਐਸੀ ਗੱਲ ਜੋ ਜ਼ਿਆਦਾ ਟਾਈਮ ਛੁਪੀ ਤਾਂ ਰਹਿ ਨਹੀਂ ਸਕਦੀ। ਦੁਕਾਨ ਤੇ ਕੋਈ ਮਾੜੀ ਜਿਹੀ ਵੀ ਮਿਸਟੇਕ ਕਰੇ, ਨੌਕਰ ਲੋਕੀ ਅਜਿਹੇ ਹੁੰਦੇ ਹਨ, ਝੱਟ ਸ਼ਿਕਾਇਤਾਂ ਕਰਦੇ ਹਨ। ਆਖਿਰ ਜੀ ਦੌਲਤ ਖਾਂ ਦੇ ਕੋਲ ਸ਼ਿਕਾਇਤ ਪਹੁੰਚ ਗਈ ਹੈ, ਤੇ ਦੌਲਤ ਖਾਨ ਕੁਝ ਇਨਕੁਆਰੀ ਕਰਨ ਵਾਸਤੇ ਸੋਚਦਾ ਹੈ
ਤੇ ਜਦੋਂ ਇਨਕੁਆਇਰੀ ਕੀਤੀ ਹੈ ਤਾਂ ਸਤਿਗੁਰੂ ਨਾਨਕ ਆਖਦੇ ਹਨ, ਭਾਈ ਆਪਣਾ ਹਿਸਾਬ ਤੂੰ ਦੇਖ ਲੈ। ਮੈਂ ਤਾਂ ਤੇਰਾ ਤੋਲਦਾ ਹਾਂ, ਸੱਚਾ ਵਪਾਰ ਕਰਦਾ ਹਾਂ। ਪਹਿਲਾਂ ਤਾਂ ਗੱਲ ਆਈ ਮਟਾਈ ਮਿਟ ਗਈ, ਥੋੜੀ ਜਿਹੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ, ਪਰ ਆਖਰ 2-3 ਵਾਰੀ ਜਦੋਂ ਸ਼ਿਕਾਇਤਾਂ ਹੋਈਆਂ ਤਾਂ ਸਤਿਗੁਰੂ ਨਾਨਕ ਦੇ ਵਿਰੁੱਧ ਜੋ ਨਵਾਬ ਸੀ ਦੌਲਤ ਖਾਂ ਵੀ ਹੋ ਗਿਆ ਤੇ ਸਤਿਗੁਰੂ ਨਾਨਕ ਨੂੰ ਉੱਥੇ ਦੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਕਹਿੰਦੇ ਸਮਾਨ ਦੀ ਗਿਣਤੀ ਕਰਨੀ ਹੈ, ਪੈਸਿਆਂ ਦੀ ਗਿਣਤੀ ਕਰਨੀ ਹੈ, ਹਿਸਾਬ ਕਿਤਾਬ ਹੋਣਾ ਹੈ। ਸਤਿਗੁਰੂ ਨੇ, ਨਾਨਕ ਨੇ ਤਾਂ ਬਈ ਲੁਟਾ ਦਿੱਤਾ ਹੈ। ਲੋਕਾਂ ਦਾ ਇੰਨਾ ਗਲਤ ਕਿਹਾ ਗਿਆ ਸੀ। ਸਤਿਗੁਰੂ ਨਾਨਕ ਜੇਲ੍ਹ ਦੇ ਵਿੱਚ ਬੈਠੇ 13 ਤੋਲੀ ਜਾਂਦੇ ਹਨ, ਬੋਲੀ ਜਾਂਦੇ ਹਨ, ਸੋਚੀ ਜਾਂਦੇ ਹਨ, ਜਪੀ ਜਾਂਦੇ ਹਨ। ਜਿੱਥੇ ਸਤਿਗੁਰੂ ਨਾਨਕ ਨੂੰ ਜੇਲ੍ਹ ਕੀਤਾ, ਉਹ ਅੱਜ ਵੀ ਉੱਥੇ ਗੁਰਦੁਆਰਾ ਕੋਠੜੀ ਸਾਹਿਬ ਹੈ, ਸੁਲਤਾਨਪੁਰ ਵਿਖੇ। ਜਦੋਂ ਹਿਸਾਬ ਕਿਤਾਬ ਹੋਇਆ ਤੇ ਬੜੇ ਰੁਪਈਏ ਸਤਿਗੁਰੂ ਨਾਨਕ ਦੇ ਵਾਧੂ ਨਿਕਲੇ ਆਏ ਹਨ, ਜਿੰਨੇ ਚਾਹੀਦੇ ਸੀ ਉਦੋਂ ਵਾਧੂ। ਦੌਲਤ ਖਾਨ ਆਣ ਕੇ ਸਤਿਗੁਰੂ ਤੋਂ ਮਾਫੀ ਮੰਗਦਾ ਹੈ ਤੇ ਆਖਦਾ ਹੈ, ਰੁਪਈਏ ਤੂੰ ਨਾਨਕ ਇਹ ਵੱਧ ਹਨ, ਤੇਰੇ ਹਨ। ਸਤਿਗੁਰ ਆਖਦੇ ਹਨ, ਭਾਈ ਅਸੀਂ ਰੁਪਈਏ ਨਹੀਂ ਲੈਣੇ। ਤਾਂ ਬੜੀ ਉਹ ਕੋਸ਼ਿਸ਼ ਕਰਦਾ ਹੈ, ਪਰ ਸਤਿਗੁਰੂ ਪੈਸੇ ਨਹੀਂ ਲੈਂਦੇ ਹਨ। ਆਖਦੇ ਹਨ ਕਿ ਅਸੀਂ ਤੇਰੀ ਨੌਕਰੀ ਨਹੀਂ ਕਰਨੀ। ਸਤਿਗੁਰੂ ਨਾਨਕ ਸਾਹਿਬ ਜੀ ਦਾ ਇੱਥੋਂ ਹੀ ਵਿਆਹ ਵੀ ਹੁੰਦਾ ਹੈ, ਇੱਥੇ ਰਹਿੰਦੇ ਹੋਏ ਆਨੰਦ ਕਾਰਜ ਹੁੰਦਾ ਹੈ ਤੇ ਨਵਾਬ ਬਹੁਤ ਤਰਲੇ ਕਰਕੇ ਫਿਰ ਨੌਕਰੀ ਤੇ ਲਗਾ ਲੈਂਦਾ ਹੈ। ਪਰ ਜ਼ਿਆਦਾ ਟਾਈਮ ਸਤਿਗੁਰੂ ਨੌਕਰੀ ਨਹੀਂ ਕਰਦੇ। ਉਹ ਮੋਦੀ ਖਾਨੇ ਦੀਆਂ ਚਾਬੀਆਂ ਦੌਲਤ ਖਾਨ ਨੂੰ ਸੰਭਾਲ ਕੇ ਫਿਰ ਹਿਸਾਬ ਕਿਤਾਬ ਜੋ ਕਰਦੇ ਹਨ, ਬਹੁਤ ਹਜ਼ਾਰਾਂ ਹੀ ਰੁਪਇਆ ਉਸ ਟਾਈਮ ਤੇ, ਜੋ ਅੱਜ ਦੇ ਸ਼ਾਇਦ ਲੱਖਾਂ ਕਰੋੜਾਂ ਦੇ ਸਮਾਨ ਹੋਵੇ, ਉਹ ਜੋ ਰੁਪਈਆ ਵਾਧੂ ਹਿਸਾਬ ਕਿਤਾਬ ਦੇ ਵਿੱਚ ਵਿਖਾਈ ਦਿੰਦਾ ਹੈ ਤਾਂ ਸਤਿਗੁਰੂ ਕੀ ਕਰਦੇ ਹਨ, ਸੁਨੇਹਾ ਭੇਜਦੇ ਹਨ, ਮਰਦਾਨਿਆਂ ਆ ਜਾ। ਬੁਣਾਈ ਹੋਈ ਰਬਾਬ ਜੋ ਭੈਣ ਨਾਨਕੀ ਨੇ ਜਿਸ ਦੇ ਪੈਸੇ ਤਾਰੇ ਸਨ, ਉਹ ਰਬਾਬ ਲੈ ਕੇ ਮਰਦਾਨਾ ਸਤਿਗੁਰੂ ਨਾਨਕ ਦੇ ਕੋਲ ਆ ਜਾਂਦਾ ਹੈ। ਉੱਥੋਂ ਕੁਝ ਦਿਨਾਂ ਦੇ ਵਿੱਚ ਦੁਨੀਆ ਨੂੰ ਤਾਰਨ ਵਾਸਤੇ ਸਤਿਗੁਰੂ ਨਾਨਕ ਮਰਦਾਨੇ ਨੂੰ ਨਾਲ ਲੈ ਕੇ ਚੱਲ ਪੈਂਦੇ। ਆਪ ਜੀ ਭਲੀ ਭਾਂਤ ਜਾਣੂ ਹੋ ਕਿ ਸਤਿਗੁਰੂ ਨਾਨਕ ਸਾਹਿਬ ਜੀ ਨੇ ਦੁਨੀਆ ਨੂੰ ਤਾਰਨ ਵਾਸਤੇ ਜ਼ਿੰਦਗੀ ਦਾ ਸਭ ਤੋਂ ਵੱਡਾ ਹਿੱਸਾ ਜੋ ਹੈ ਉਹ ਲਗਾ ਦਿੱਤਾ। ਗੱਲ ਆਪਾਂ ਮੋਦੀ ਖਾਨੇ ਦੀ ਕਰਨੀ ਹੈ। ਸਤਿਗੁਰੂ ਨਾਨਕ ਸਾਹਿਬ ਜੀ ਦਾ ਚਲਾਇਆ ਹੋਇਆ ਮੋਦੀ ਖਾਨਾ ਜੋ ਕਦੀ ਵੀ ਜੋ ਹੈ ਘਾਟੇ ਵਿੱਚ ਨਹੀਂ ਗਿਆ। ਅੱਜ ਦੁਨੀਆ ਤੇ
ਸਤਿਗੁਰੂ ਨਾਨਕ ਦੇ ਮੋਦੀਖਾਨੇ ਅੱਜ ਵੀ ਵਿਖਾਈ ਦਿੰਦੇ ਹਨ। ਜਦੋਂ ਕਰੋਨਾ ਦੀ ਮਹਾਮਾਰੀ ਆਈ ਹੈ, ਇਸ ਤੋਂ ਪਹਿਲਾਂ ਵੀ ਜਦੋਂ ਦੁਖਾਂਤ ਵਾਪਰਦੇ ਹਨ, ਉਹ ਵੀ ਮੋਦੀਖਾਨਾ ਹੈ ਜੋ ਕਦੇ ਖਤਮ ਹੀ ਨਹੀਂ ਹੁੰਦਾ ਹੈ। ਉਹੀ ਸਮਝ ਕੇ ਜੋ ਸੰਗਤ ਹੈ ਵਿਸ਼ਵ ਤੇ ਲੰਗਰ ਲਗਾਉਂਦੇ ਹਨ। ਹਿੰਦੁਸਤਾਨ ਹੀ ਨਹੀਂ, ਇੰਗਲੈਂਡ, ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ, ਏਸ਼ੀਆ ਦੇ ਹਰ ਦੇਸ਼ਾਂ ਵਿੱਚ ਜਿੱਥੇ ਵੀ ਸਿੱਖ ਬਸਦੇ ਹਨ, ਲੰਗਰ ਲਗਾ ਰਹੇ ਹਨ। ਕੋਈ ਪੈਸਾ ਨਹੀਂ, ਕੋਈ ਭੇਦ ਨਹੀਂ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ। ਜਿਹੜਾ ਆਇਆ, ਸਤਿਨਾਮ ਵਾਹਿਗੁਰੂ ਹੱਥ ਜੋੜ ਕੇ ਅੱਜ ਸੰਗਤਾਂ ਵਿੱਚ ਸਤਿਗੁਰੂ ਨਾਨਕ ਦੇਵ ਜੀ ਬਿਰਾਜਮਾਨ ਹੋ ਕੇ ਮੋਦੀਖਾਨਾ ਚਲਾ ਰਹੇ ਹਨ। ਇਸ ਮੋਦੀਖਾਨੇ ਨੂੰ ਲੁਧਿਆਣੇ ਦੇ ਵਿੱਚ ਸਿੱਖ ਸੰਗਤਾਂ ਨੇ ਫਿਰ ਦਵਾਈਆਂ ਦੇ ਰੂਪ ਦੇ ਵਿੱਚ ਪ੍ਰਕਾਸ਼ ਕੀਤਾ ਹੈ। ਇੱਕ ਤਾਂ ਮਹਾਮਾਰੀ, ਦੂਜੀ ਦਵਾਈਆਂ ਦੀ ਦੱਸਣ ਮੁਤਾਬਕ ਲੁੱਟ-ਖੁੱਟ। ਜੋ ਸੁਣਿਆ ਹੈ ਜਾਣਕਾਰੀ ਦੇ ਮੁਤਾਬਕ 21-2200 ਦੀ ਦਵਾਈ ਜੋ ਵਿਕਦੀ ਹੈ, ਉਹ 400 ਦੀ 500 ਦੀ ਦਵਾਈ ਹੈ। ਗਰੀਬ ਲੋਕਾਂ ਤੇ ਬਹੁਤ ਅਤਿਆਚਾਰ। ਇਸ ਨੂੰ ਮੁੱਖ ਰੱਖਦਿਆਂ ਉੱਥੇ ਸਿੱਖਾਂ ਨੇ ਮੋਦੀਖਾਨਾ ਖੋਲ੍ਹ ਦਿੱਤਾ ਦਵਾਈ ਦਾ, ਜਿਹਨੂੰ ਬੜੀਆਂ ਅੜਚਨਾਂ ਆਈਆਂ, ਆ ਰਹੀਆਂ ਹਨ। ਪਰ ਜਿਵੇਂ ਗੁਰੂ ਨਾਨਕ ਸਾਹਿਬ ਨੂੰ ਜੇਲ੍ਹ ਵਿੱਚ ਬੰਦ ਕੀਤਾ ਸੀ ਨਾ, ਇਸੇ ਤਰ੍ਹਾਂ ਉੱਥੇ ਵੀ ਹੋ ਰਿਹਾ ਹੈ। ਬੜੀਆਂ ਤਿਆਰੀਆਂ, ਬੜੇ ਛਾਪੇ, ਬੜੇ ਡਰਾਵੇ, ਧਮਕੀਆਂ, ਪਰ ਆਖਿਰ ਜਿੱਤ ਨਾਨਕ ਦੀ ਹੋਣੀ। ਸਤਸੰਗ ਜੀ, ਜਦ ਤੱਕ ਤੁਸੀਂ ਜੜ੍ਹਾਂ ਜੋ ਹਨ ਨਾਨਕ ਦੇ ਚਰਨਾਂ ਵਿੱਚ ਹਨ, ਹਨੇਰੀਆਂ, ਝੱਖੜ, ਤੂਫਾਨ ਚਾਹੇ ਆਉਂਦੇ ਰਹਿਣ, ਪਰ ਇਹ ਦਰਖਤ ਜੋ ਹੈ ਗਿਰੇਗਾ ਨਹੀਂ। ਬੜੀਆਂ ਕੋਸ਼ਿਸ਼ਾਂ ਹੋਈਆਂ, ਨਾਨਕ ਜੀ ਨੂੰ ਬੜੀਆਂ ਤਕਲੀਫਾਂ ਆਈਆਂ ਹਨ, ਉਹਦੇ ਸਿੱਖਾਂ ਨੂੰ ਵੀ ਆਉਂਦੀਆਂ ਹਨ। ਪਰ ਇਹ ਮਿਸ਼ਨ ਜੋ ਹੈ ਬਹੁਤ ਹੀ ਮਹਾਨ ਮਿਸ਼ਨ ਗੁਰੂ ਨਾਨਕ ਦੇਵ ਸਿੱਖਾਂ ਨੇ ਸ਼ੁਰੂ ਕੀਤਾ ਹੈ। ਪਰ ਸਿੱਖੋ, ਇੱਕ ਗੱਲ ਯਾਦ ਰੱਖਣੀ, ਤੁਸੀਂ ਮੋਦੀਖਾਨਾ ਖੋਲ੍ਹਿਆ ਹੈ, ਜੋ ਬਚਨ ਕਰਕੇ ਖੋਲ੍ਹਿਆ ਹੈ, ਉਹ ਬਚਨ ਭਗਾਉਣੇ ਹਨ। ਅਗਰ ਤੁਸੀਂ ਬਚਨਾਂ ਤੋਂ ਇੱਧਰ ਉੱਧਰ ਹੋ ਗਏ ਤਾਂ ਫਿਰ ਸਤਿਗੁਰੂ ਨਾਨਕ ਤੁਹਾਡੇ ਨਾਲ ਨਹੀਂ ਹੋਏਗਾ। ਬੜੀਆਂ ਤਕਲੀਫਾਂ ਆਉਣੀਆਂ ਹਨ। ਸਤਿਗੁਰੂ ਨਾਨਕ ਨੇ ਘੱਟ ਤਕਲੀਫਾਂ ਘਟੀਆਂ ਹਨ। ਜਿੱਥੇ ਗਏ ਹਨ ਉੱਥੇ ਹੀ ਤਕਲੀਫਾਂ। ਕਦੀ ਕਿਤੇ ਸੁਣਿਆ ਹੈ ਕਿ ਸਤਿਗੁਰੂ ਨਾਨਕ ਉੱਥੇ ਗਏ ਤੇ ਆਰਾਮ ਨਾਲ ਸੌਂ ਗਏ, ਲੱਤ ਤੇ ਲੱਤ ਰੱਖ ਕੇ? ਨਹੀਂ। ਜੇ ਸੁੱਤੇ ਵੀ ਆ ਤਾਂ ਉਹਨਾਂ ਦੇ ਚਰਨ ਘੁਮਾ ਦਿੱਤੇ, ਕਿਸੇ ਨੇ ਠੁੱਡੇ ਮਾਰਤੇ, ਕਿਸੇ ਨੇ ਭਾਈ ਮਰਦਾਨਾ ਜੀ ਨੂੰ ਚੱਕ ਕੇ ਤੇਲ ਦੇ ਵਿੱਚ ਤਲਣਾ ਚਾਹਿਆ, ਕਿਸੇ ਨੇ ਜ਼ਹਿਰ ਖਿਲਾਉਣੀ ਚਾਹੀ, ਕਿਸੇ ਨੇ ਉੱਤੇ ਪਹਾੜ ਸੁੱਟ ਦਿੱਤਾ। ਪਰ ਸੱਚ ਦਬਾਇਆ ਨਹੀਂ ਜਾ ਸਕਦਾ।
ਇੱਥੇ ਝੂਠ ਭਾਰੂ ਹੋ ਸਕਦਾ ਹੈ। ਸੋ ਇਹ ਮੋਦੀਖਾਨੇ ਖੋਲ੍ਹਣ ਵਾਲੇ ਜੋ ਗੁਰਮੁਖ ਹਨ, ਉਹ ਬਹੁਤ ਹੀ ਵਧਾਈ ਦੇ ਪਾਤਰ ਹਨ। ਪਰ ਇੱਕ ਦੋ ਗੱਲਾਂ ਜਿਨ੍ਹਾਂ ਕਰਕੇ ਮੈਂ ਕੁਝ ਦਿਨ ਤੋਂ ਥੋੜੀ ਟੈਨਸ਼ਨ ਮੈਨੂੰ ਲੱਗਦੀ ਸੀ। ਸਾਧ ਸੰਗਤ ਜੀ, ਇਸ ਮਿਸ਼ਨ ਨੂੰ ਨੁਕਸਾਨ ਪਹੁੰਚਾਉਣ ਲਈ ਬਹੁਤ ਲੋਕ ਤਤਪਰ ਹਨ। ਕਈਆਂ ਨੇ ਆਪਣਾ ਸਮਾਨ ਵੇਚਣ ਦੀ ਵੀ ਕੋਸ਼ਿਸ਼ ਕਰਨੀ ਹੈ। ਮੋਦੀਖਾਨਾ ਇੱਕ ਖੁੱਲ੍ਹਾ ਸੀ, ਹੁਣ ਕਈ ਖੁੱਲ੍ਹ ਗਏ ਹਨ। ਮੈਂ ਇੱਕ ਸ਼ਹਿਰ ਦਾ ਨਾਮ ਨਹੀਂ ਲਵਾਂਗਾ। ਮੈਨੂੰ ਲੱਗਦਾ ਉੱਥੇ ਪਹਿਲਾਂ ਦੁਕਾਨ ਸੀ, ਉਹ ਦੁਕਾਨ ਘੱਟ ਚੱਲਦੀ ਸੀ। ਉੱਥੇ ਦੇ ਜੋ ਦੁਕਾਨਦਾਰ ਦਵਾਈਆਂ ਵੇਚਣ ਵਾਲੇ ਸਨ, ਉਹਨਾਂ ਨੇ ਛੋਟਾ ਜਿਹਾ ਲਿਖ ਕੇ ਲਾ ਦਿੱਤਾ ਮੋਦੀਖਾਨਾ, ਤਾਂ ਜੋ ਲੋਕ ਉੱਥੇ ਆਉਣ। ਇਹ ਲੁਧਿਆਣੇ ਵਾਲੇ ਵੀਰ ਜੀ ਹਨ, ਇਹ ਕਹਿੰਦੇ ਹਨ ਜਿੰਨੇ ਦੀਆਂ ਦਵਾਈਆਂ ਆਉਣੀਆਂ ਉਹਨੇ ਦੀਆਂ ਅਸੀਂ ਦੇਣੀਆਂ ਹਨ। ਜੇ ਕੋਈ ਮੁਫਤ ਇੱਥੇ ਛੱਡ ਕੇ ਜਾਂਦਾ ਹੈ ਤਾਂ ਮੁਫਤ ਹੀ ਦੇਵਾਂਗੇ। ਉਹ ਵੀਰ ਜਿਨ੍ਹਾਂ ਨੇ ਦੂਜੇ ਸ਼ਹਿਰ 'ਚ ਕਿਤੇ ਖੋਲ੍ਹਿਆ, ਉਹ ਕਹਿੰਦੇ ਜੀ ਥੋੜ੍ਹਾ ਬੜਾ ਪ੍ਰੋਫਿਟ ਲਵਾਂਗੇ। ਇਹ ਵੀਰ ਜੀ, ਤੁਹਾਨੂੰ ਇੱਕ ਬੇਨਤੀ ਹੈ, ਮੈਂ ਤੁਹਾਨੂੰ ਫੋਨ ਵੀ ਕੀਤਾ ਸੀ, ਜੋ ਨੰਬਰ ਮੇਰੇ ਕੋਲ ਹੈ, ਬਾਕੀ ਚੱਕਿਆ ਨਹੀਂ, ਇਸੇ ਕਰਕੇ ਮੈਨੂੰ ਵੀਡੀਓ ਬਣਾਉਣੀ ਪਈ ਹੈ। ਇੱਥੇ ਬੜੀਆਂ ਸਿਆਸਤਾਂ ਵੀ ਚੱਲੀਆਂ, ਤੁਸੀਂ ਦੇਖ ਰਹੇ ਹੋ, ਚੱਲਣਗੀਆਂ ਵੀ। ਕਈ ਮੋਦੀਖਾਨੇ ਖੋਲ੍ਹ ਕੇ ਆਪਣਾ ਜਿਹੜਾ ਹੈ ਮਿੱਟੀ ਸੋਨੇ ਦੇ ਭਾਅ ਵੇਚਣ ਦੀ ਕੋਸ਼ਿਸ਼ ਕਰਨਗੇ, ਬਦਨਾਮ ਹੋਣਗੇ। ਮੋਦੀਖਾਨੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ, ਉਹਦੇ ਮੋਢੇ ਤੇ ਰੱਖ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਪਰ ਤੁਹਾਨੂੰ ਇੱਕ ਸਿਧਾਂਤ ਬਣਾਉਣ ਦੀ ਲੋੜ ਹੈ। ਤੁਸੀਂ ਮੇਰੇ ਤੋਂ ਵੱਧ ਸਮਝਦਾਰ। ਸਿਧਾਂਤ ਇਹ ਕਿ ਮੋਦੀਖਾਨਾ ਤੁਸੀਂ ਰਜਿਸਟਰ ਕਰਾ ਲਓ। ਜਿਹਨੇ ਵੀ ਇਹ ਨਾਂ ਇਸਤੇਮਾਲ ਕਰਨਾ ਹੈ ਮੋਦੀਖਾਨਾ, ਉਹ ਤੁਹਾਡੀਆਂ ਇੱਕ ਸੰਵਿਧਾਨ ਬਣਾਇਆ ਹੋਣਾ ਚਾਹੀਦਾ ਹੈ ਕਿ ਦਵਾਈਆਂ ਦੀ ਕੀਮਤ ਜੋ ਹੈ ਕੀ ਹੈ, ਇੰਟਰਨੈਟ ਤੇ ਪਾਈ ਜਾਵੇ। ਉਸ ਤੋਂ ਉੱਪਰ ਕਿਸੇ ਨੂੰ ਵੇਚਣ ਦੀ ਇਜਾਜ਼ਤ ਨਾ ਹੋਵੇ। ਜੇ ਸਭ ਨੇ ਆਪਣੀ ਆਪਣੀ ਕੀਮਤ ਰੱਖ ਲਈ, ਫਿਰ ਤਾਂ ਆਪਣੀਆਂ ਆਪਣੀਆਂ ਦੁਕਾਨਾਂ ਹੋਣਗੀਆਂ। ਮੋਦੀਖਾਨੇ ਦਾ ਨਾਂ ਹੀ ਹੋਏਗਾ, ਜੋ ਇੱਕ ਦਿਨ ਜਾ ਕੇ ਸਿਆਸਤ ਵਾਲੇ ਨੇ ਨਾਮ ਜੋ ਹੈ ਖਰਾਬ ਕਰ ਦੇਣਾ ਹੈ। ਜਿਹੜਾ ਬੰਦਾ ਮੋਦੀਖਾਨਾ ਖੋਲ੍ਹਦਾ ਹੈ ਦਵਾਈਆਂ ਦਾ, ਉਹਨਾਂ ਦੀਆਂ ਕੀਮਤਾਂ ਫਿਕਸ ਹੋਣ, ਆਪਣੀ ਕੀਮਤ ਕਿਸੇ ਦੀ ਨਹੀਂ ਹੋਣੀ ਚਾਹੀਦੀ। ਕਿਉਂਕਿ ਤੁਹਾਨੂੰ ਪਤਾ ਹੈ ਮਾਇਆ ਐਸੀ ਹੈ, ਸਭ ਨੇ ਆਪਣੀਆਂ ਆਪਣੀਆਂ ਕੀਮਤਾਂ, ਆਪਣਾ ਆਪਣਾ ਉਹਨਾਂ ਨੂੰ ਇੱਕ ਮੌਕਾ ਮਿਲ ਜਾਣਾ ਹੈ ਕਿ ਮੋਦੀਖਾਨੇ ਦਾ ਨਾਂ ਚੱਲਦਾ ਹੈ ਤੇ ਅਸੀਂ ਮਤਲਬ ਕੰਮ ਚੱਲ ਪਿਆ ਹੈ। ਸ਼ਰਧਾਲੂ ਜੋ ਅੰਧੇ ਹੁੰਦੇ ਹਨ, ਉਹ ਫਿਰ ਦੇਖਦੇ ਨਹੀਂ, ਕਹਿੰਦੇ ਨਾਨਕ ਸਾਹਿਬ ਜੀ ਦਾ ਇਹ ਕਾਰੋਬਾਰ ਹੈ, ਉਹਨਾਂ ਨੇ ਤਾਂ ਨਾਨਕ ਸਾਹਿਬ ਜੀ ਕਰਕੇ ਆਉਣਾ। ਪਰ ਇੱਥੇ ਇਹ ਜ਼ਰੂਰੀ ਹੈ ਕਿ ਹਰ ਕੋਈ ਮੋਦੀਖਾਨਾ ਨਾ ਖੋਲ੍ਹ ਸਕੇ। ਤੁਹਾਡੀ ਸੰਸਥਾ ਪ੍ਰਮੁੱਖ ਹੋਵੇ, ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਨ, ਉਹਨਾਂ ਦੀਆਂ ਪ੍ਰਾਈਸਾਂ ਬਾਰੇ ਗੱਲ ਕੀਤੀ ਜਾਵੇ, ਸਿਧਾਂਤਾਂ ਬਾਰੇ ਗੱਲ ਕੀਤੀ ਜਾਵੇ। ਇਹ ਨਾ ਹੋਵੇ ਕਿਉਂਕਿ ਮੋਦੀਖਾਨੇ ਦੇ ਵਿੱਚ ਖੜਾ ਹੋਇਆ ਕਿ ਹੁੱਕਾ ਪੀਣ ਡਿਆ ਹੋਵੇ, ਤੰਬਾਕੂ ਪੀਣ ਡਿਆ ਹੋਵੇ। ਅਜਿਹੇ ਲੋਕ ਵੀ ਹਨ ਜੋ ਕੰਮ ਕਰਦੇ ਹਨ। ਨਕਲੀ ਦਵਾਈਆਂ ਵੀ ਕੱਲ੍ਹ ਨੂੰ ਚੱਲ ਸਕਦੀਆਂ ਹਨ। ਸੋ ਇਸ ਕਰਕੇ ਇਹ ਚੀਜ਼ ਦਾ ਸਭ ਤੋਂ ਜ਼ਿਆਦਾ ਮੇਰੀ ਬੇਨਤੀ ਹੈ। ਬਾਕੀ ਆਪਾਂ ਤਾਂ ਕਹਿਣਾ ਹੈ, ਬਾਕੀ ਹੋ ਸਕਦਾ ਤੁਸੀਂ ਕੋਈ ਹੋਰ ਸਕੀਮ ਸੋਚੀ ਹੋਵੇ। ਜਿਹੜੇ ਮੋਦੀਖਾਨਾ ਖੋਲ੍ਹਦੇ ਹਨ ਸੌਦੇ ਸਮਾਨ ਦਾ, ਸਬਜ਼ੀਆਂ ਦਾ, ਫਲਾਂ ਦਾ ਜਾਂ ਕੁਝ ਵੀ, ਉਹ ਵੀ ਇੱਕ ਛੱਤ ਦੇ ਥੱਲੇ ਸਾਰਿਆਂ ਦੀ ਸਲਾਹ ਇੱਕ ਹੋਵੇ ਕਿ ਭਾਈ ਸਬਜ਼ੀਆਂ ਵਾਲਿਆਂ ਦੇ ਰੇਟ ਦਿਨ ਪ੍ਰਤੀ ਘੱਟ ਵੱਧ ਵੀ ਸਕਦੇ ਹਨ, ਦਾਲਾਂ ਵਾਲਿਆਂ ਦੇ, ਹੋਰ ਚੀਜ਼ਾਂ ਵਾਲਿਆਂ ਦੇ ਜੋ ਹਨ ਰੇਟ
ਆਪਣੇ ਆਪਣੇ ਨਾ ਹੋ। ਸੋ ਸਾਧ ਸੰਗਤ ਜੀ, ਲੋਕਾਂ ਨੇ ਮੋਦੀ ਖਾਨੇ ਦੇ ਮੋਢੇ ਤੇ ਰੱਖ ਕੇ ਚਲਾਉਣੀ ਹੈ। ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਉਪਾਸ਼ਕ ਹਾਂ। ਕਦੀ ਵੀ ਨਹੀਂ ਚਾਹਾਂਗੇ ਕਿ ਐਸਾ ਹੋਵੇ ਕਿ ਕੱਲ ਨੂੰ ਸਾਨੂੰ ਕਹਿਣ ਕਿ ਤੁਸੀਂ ਇਹ ਚਲਾਕੀ ਕੀਤੀ ਹੈ ਪੈਸੇ ਇਕੱਠੇ ਕਰਨ ਵਾਸਤੇ। ਸੋ ਇਸ ਗੱਲ ਤੇ ਜਿੰਨਾ ਤੁਸੀਂ ਪਹਿਰਾ ਦੇ ਸਕੋ, ਵਧੀਆ ਸਕੀਮ ਬਣਾ ਸਕੋ, ਉਹ ਜ਼ਰੂਰੀ ਹੈ। ਔਰ ਕੱਲ ਨੂੰ ਉੱਠ ਕੇ ਕੋਈ ਜਿਹਦੀ ਚਾਹ ਦੀ ਦੁਕਾਨ ਨਹੀਂ ਚੱਲਦੀ, ਉਹਦਾ ਨਾਂ ਰੱਖ ਲੂਗਾ ਮੋਦੀ ਖਾਨਾ ਟੀ ਸਟਾਲ। ਜਦ ਤੁਹਾਡੀ ਕੋਈ ਪਾਬੰਦੀ ਨਹੀਂ ਹੋਏਗੀ ਤਾਂ ਤੁਸੀਂ ਕਿਹਨੂੰ ਰੋਕੋਗੇ? ਉਹ ਵੀ ਕਹਿ ਦੂਗਾ ਜੀ ਮੈਂ ਤਾਂ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਚਾਹ ਪਿਲਾਉਣਾ ਹੈ, ਮੈਂ ਉੱਦਾਂ 5 ਰੁਪਏ ਦਾ ਕੱਪ ਸੀ, ਮੈਂ 4 ਦਾ ਵੇਚੀ ਜਾਂਦਾ। ਇੱਥੇ ਪ੍ਰੋਬਲਮ ਆਉਣੀ ਹੈ, ਡੂੰਘਾਈ ਤੱਕ ਸੋਚਣਾ। ਸੋ ਇਹ ਚੀਜ਼ਾਂ ਤੁਹਾਡੇ ਕੋਲ ਬਹੁਤ ਸਮਝਦਾਰ ਵਿਦਵਾਨ ਹਨ ਤੇ ਤੁਸੀਂ ਇਹ ਚੀਜ਼ ਦਾ ਹੱਲ ਲੱਭੋ। ਤੁਹਾਡੇ ਜੋ ਖਰਚੇ ਦੱਸੇ ਜਾਂਦੇ ਹਨ, ਲੁਧਿਆਣੇ ਵਾਲੀ ਦੁਕਾਨ ਦੇ 1 ਸਵਾ ਲੱਖ ਦੱਸਿਆ ਜਾਂਦਾ ਹੈ, ਕਿਉਂਕਿ ਤੁਸੀਂ ਤਨਖਾਹਾਂ ਭਰਦੇ ਹੋ। ਕੰਮ ਕਰਨ ਵਾਲੇ ਨੂੰ ਤਾਂ ਪੈਸੇ ਚਾਹੀਦੇ ਹਨ, ਪਰ ਇੱਥੇ ਵੀ ਅਜੇ ਕੁਝ ਅਜਿਹੇ ਪੁਆਇੰਟ ਹਨ ਕਿ ਜੋ ਤੁਹਾਨੂੰ ਮੈਂ ਦੱਸ ਸਕਦਾ ਹਾਂ, ਬਾਕੀ ਮੈਂ ਇੱਥੇ ਜ਼ਿਕਰ ਨਹੀਂ ਕਰਾਂਗਾ ਕਿ ਤੁਹਾਡਾ ਮੋਦੀ ਖਾਨਾ ਜਿੱਦਾਂ ਨਾਨਕ ਸਾਹਿਬ ਆਖਰ ਕਰਤਾਰਪੁਰ ਆ ਕੇ ਬਸ ਗਏ ਸਨ। ਜਿੰਨੇ ਉਹਨਾਂ ਦੇ ਪਿਆਰੇ ਸਿੱਖ ਸਨ, ਕੋਈ ਕਣਕ ਬੀਜ ਰਿਹਾ ਹੈ, ਕੋਈ ਮੱਕੀ ਬੀਜ ਰਿਹਾ ਹੈ, ਕੋਈ ਛੋਲੇ ਬੀਜ ਰਿਹਾ ਹੈ, ਕੋਈ ਸਬਜ਼ੀਆਂ ਲਾ ਰਿਹਾ ਹੈ, ਆਪ ਖੇਤੀ ਕਰਦੇ ਸਨ। ਸੋ ਆਪਾਂ ਇਹ ਪੈਸੇ ਵੀ ਬਚਾ ਸਕਦੇ ਹਾਂ। ਜੇ ਜ਼ਰੂਰਤ ਪਈ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਸ਼ਾਇਦ ਤਰੀਕਾ ਤੁਸੀਂ ਵੀ ਜਾਣਦੇ ਹੋ, ਅਦਰਵਾਈਜ਼ ਮੈਂ ਦੱਸ ਦਿਆਂਗਾ ਸਫਲ ਤਰੀਕਾ ਹੋਏਗਾ। ਮੈਂ ਤਾਂ ਇਹ ਵੀ ਤਰੀਕਾ ਦੱਸ ਸਕਦਾ ਹਾਂ ਕਿ ਦਰਬਾਰ ਸਾਹਿਬ ਦੀ ਜਿਹੜੀ ਕਰੋੜਾਂ ਦੀ ਅਰਬਾਂ ਦੀ ਤਨਖਾਹ ਉੱਥੇ ਭਰਦੇ ਹਨ, ਇਹ ਵੀ ਲੋਕਾਂ ਤੋਂ ਸੁਣਿਆ ਹੈ ਕਿ ਆਪਣੇ ਹੀ ਘਰਾਂ ਦੇ ਮੈਂਬਰ ਰੱਖਿਆ ਨੇ, ਕੋਈ ਕੰਮ ਤੇ ਆਉਂਦਾ ਨਹੀਂ ਹੈ ਤੇ ਉਹ ਜੋ ਹਨ ਉਹਨਾਂ ਨੂੰ ਤਨਖਾਹਾਂ ਬੈਂਕਾਂ ਵਿੱਚ ਵੱਡੀਆਂ ਤਨਖਾਹਾਂ। ਇੱਕ ਪਹਿਲਾਂ ਪਤਾ ਨਹੀਂ ਕੌਣ ਸੀ, ਉਹਦੀ 4 ਲੱਖ ਕਿੰਨੀ ਤਨਖਾਹ ਸੀਗੀ ਮਹੀਨੇ ਦੀ, 50,000 ਉਹਦੀ ਕੋਠੀ ਦਾ ਸੀ, ਬਾਕੀ ਕਾਰਾਂ ਹੋਰ ਭੱਤੇ ਭੁੱਤੇ ਜੇ ਉਹ ਮਹੀਨੇ ਦਾ। ਇੰਡੀਆ ਦੀ ਸਭ ਤੋਂ ਉੱਚੀ ਤਨਖਾਹ। ਇੱਕ ਪੈਸਾ ਨਹੀਂ ਲੱਗ ਸਕਦਾ, ਸਾਰੇ ਕੰਮ ਮੁਫਤ ਹੋ ਸਕਦੇ ਹਨ। ਰਾਧਾ ਸੁਆਮੀ ਮੈਂ ਨਹੀਂ ਹਾਂ, ਪਰ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਹੈ। ਕਿਸੇ ਬਹੁਤ ਹੀ ਪਿਆਰੇ ਸੱਜਣ ਨੇ ਮੈਨੂੰ ਕਿਹਾ ਚਲੋ। ਮੈਂ ਰਾਧਾ ਸੁਆਮੀ ਬਣ ਕੇ ਨਹੀਂ ਗਿਆ। ਅਕਸਰ ਉਹਨਾਂ ਦੀ ਵੀ ਕੋਈ ਭਗਤੀ ਹੈ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਉਸ ਗੱਲ ਤੇ ਆਪਾਂ ਨਹੀਂ ਆਉਂਦੇ। ਉੱਥੇ ਮੈਂ ਜਾ ਕੇ ਦੇਖਿਆ ਹੈ, ਇਸ ਗੱਲ ਤੇ ਐਵੇਂ ਰੌਲਾ ਨਾ ਪਾਉਣਾ ਕਿ ਇਹ RSS ਦਾ ਬੰਦਾ ਹੈ, ਇਹ ਰਾਧਾ ਸੁਆਮੀ ਹੈ, ਅੰਦਰੋਂ ਮਿਲਿਆ ਹੈ, ਇਹ ਫਲਾਣਾ ਧਮਕੜਾ। ਨਹੀਂ, ਸਿੱਖ ਦਾ ਕੰਮ ਹੈ ਸਿੱਖਣਾ। ਤੁਸੀਂ ਉੱਥੇ ਹੋਰ ਨਹੀਂ ਕੁਝ ਦੇਖਣ ਵਾਸਤੇ ਚਲੇ ਜਾਓ। ਉੱਥੇ ਦਾ ਜੋ ਡਿਸਿਪਲਿਨ ਹੈ, ਜਦੋਂ ਤੁਸੀਂ ਬਿਆਸ ਨੂੰ ਮੁੜਦੇ ਹੋ
10-20 ਕਿਲੋਮੀਟਰ ਪਹਿਲਾਂ ਹੀ ਉੱਥੇ ਉਹਨਾਂ ਦੇ ਵਲੰਟੀਅਰ ਖੜੇ ਹੁੰਦੇ ਹਨ। ਤੜਕੇ ਤੋਂ ਰਾਤ ਸਾਰੀ ਭਰ ਪਾਰਕਿੰਗ ਤੇ ਚੱਲ ਜਾਓ, ਅੰਦਰ ਜਾਣ ਤੱਕ, ਅਖੀਰ ਤੱਕ ਅੰਦਰਲਾ ਜੋ ਡਿਸਪਲਿਨ ਹੈ ਸਾਡੇ ਸਿੱਖਾਂ ਵਿੱਚ, ਉਹਦੇ ਮੁਕਾਬਲੇ 'ਚ ਡਿਸਪਲਿਨ ਨਹੀਂ ਹੈ। ਸੱਚੀ ਗੱਲ ਹੈ। ਉੱਥੇ ਦੀਆਂ ਹੋਰ ਗੱਲਾਂ ਵੱਖਰੀਆਂ ਹਨ। ਇੱਕ ਪੈਸਾ ਵੀ ਡੇਰੇ ਦਾ ਖਰਚ ਨਹੀਂ ਹੁੰਦਾ। ਇਹ ਵੱਖਰੀ ਗੱਲ ਹੈ ਕਿ ਉਹ ਲੰਗਰ ਵੀ ਉੱਥੇ ਖਰੀਦ ਕੇ ਖਾਣਾ ਪੈਂਦਾ ਹੈ। ਕੁਛ ਸਸਤਾ ਹੈ। ਤੇ ਸਾਡਿਆਂ ਨੇ ਲੰਗਰ ਮੁਫਤ ਛਕਣਾ ਹੈ ਤੇ ਗੁਰੂ ਦੀ ਵਫਾਦਾਰੀ ਜਿੰਨੀ ਕੁ ਕਰਨੀ ਹੈ ਤੁਸੀਂ ਜਾਣਦੇ ਹੈ। ਵਫਾਦਾਰ ਜੋ ਆਪਣਾ ਤਨ ਮਨ ਧਨ ਗੁਰੂ ਦਾ ਸਮਝਦੇ ਹਨ, ਪਰ ਬੇਵਫਾ ਬਹੁਤ ਹੈ। ਜੇਕਰ ਕਿਤੇ ਅੱਧੇ ਕੁ ਵੀ ਬਣ ਜਾਣ ਨਾ, 50-50 ਹੋ ਜਾਏ, ਤਾਂ ਫਿਰ ਬਾਤ ਹੀ ਨਿਰਾਲੀ ਹੈ। ਹੁਣ ਦਿਲੋਂ ਜਿੰਨੇ ਸਿੱਖ ਹਨ ਗੁਰੂ ਸਾਹਿਬ ਜਾਣਦੇ ਹਨ। ਮੇਰੇ ਕੋਲ ਕੋਈ ਮਸ਼ੀਨ ਨਹੀਂ ਹੈ, ਪਰ ਆਪਣੇ ਤਜਰਬੇ ਮੁਤਾਬਕ ਮੈਂ ਕਹਿ ਸਕਦਾ ਹਾਂ ਕਿ ਗਿਣਤੀ ਅਸਲੀ ਗੁਰੂ ਨਾਲ ਪ੍ਰੇਮ ਕਰਨ ਵਾਲਿਆਂ ਦੇ, ਅਸਲੀ ਰਿਸ਼ਤਾ ਬਣਾਉਣ ਵਾਲਿਆਂ ਦੀ ਬਹੁਤ ਘੱਟ ਹੈ, ਵਿਖਾਵਾ ਕਰਨ ਵਾਲਿਆਂ ਦੀ ਜ਼ਿਆਦਾ ਹੈ। ਸਾਧ ਸੰਗਤ ਜੀ, ਮੈਂ ਰਾਧਾ ਸਵਾਮੀਆਂ ਦਾ ਪ੍ਰਚਾਰ ਨਹੀਂ ਕਰਦਾ। ਮੈਂ ਤੁਹਾਨੂੰ ਇੱਕ ਉੱਥੋਂ ਦੀ ਦੇਖੀ ਹੋਈ ਗੱਲ, ਆਪਣੀ ਅੱਖੀਂ ਜੋ ਦੇਖੀ ਹੈ, ਉਹ ਦੱਸਦਾ ਹਾਂ ਕਿ ਸਾਡੇ ਸਿੱਖ ਉਹਨਾਂ ਤੋਂ ਥੋੜ੍ਹਾ ਜਿਹਾ ਹੋਰ ਨਹੀਂ ਕੁਝ ਇਹ ਸਿੱਖ ਲੈਣ। ਤੇ ਇਹ ਮੋਦੀਖਾਨਾ ਜੋ ਹੈ, ਜੋ ਸ਼ੁਰੂ ਹੋਇਆ ਹੈ, ਸਤਿਗੁਰੂ ਨਾਨਕ ਜਿਵੇਂ ਆਪ ਧਰਤੀ ਤੇ ਆ ਗਏ ਹਨ, ਇਹਦਾ ਦਾਇਰਾ ਜੋ ਹੈ ਸਤਿਗੁਰੂ ਨਾਨਕ ਦਾ ਹੀ ਹੋਣਾ ਚਾਹੀਦਾ ਹੈ। ਜਿੱਦਣ ਇਹ ਦਾਇਰਾ ਇਹਦੇ ਵਿੱਚ ਘੁਸਪੈਠ ਹੋ ਗਈ, ਬਹੁਤ ਨੁਕਸਾਨ ਹੋਏਗਾ। ਧਿਆਨ ਰੱਖਣਾ। ਮੈਂ ਸੁਚੇਤ ਕਰਦਾ ਹਾਂ। ਮੈਨੂੰ ਜਿੱਦਣ ਦਾ ਇਹ ਮੈਂ ਦੇਖਿਆ ਕਿ ਹੋਰ ਦੁਕਾਨਾਂ ਖੁੱਲ੍ਹਣ ਲੱਗ ਪਈਆਂ ਹਨ, ਮੈਂ 1-2 ਹੋਰ ਲੋਕਾਂ ਨੂੰ ਵੀ ਕਿਹਾ ਵੀ ਤੁਸੀਂ ਉਹਨਾਂ ਨੂੰ ਸੁਨੇਹਾ ਭੇਜੋ, ਲੁਧਿਆਣੇ ਵਾਲਿਆਂ ਨੂੰ। ਅੱਜ ਵਾਹਵਾ ਹੋ ਰਹੀ ਹੈ, ਕੱਲ੍ਹ ਨੂੰ ਕਿਤੇ ਇਹਦੇ ਉਲਟ ਨਾ ਕੰਮ ਹੋ ਜਾਏ। ਸੋ ਗੱਲਾਂ ਬਹੁਤ ਹੁਣ ਜੋ ਚਾਹੁਣ। ਤੇ ਕਿਉਂਕਿ ਟੈਲੀਫੋਨ ਮੈਂ ਕੀਤਾ ਸੀ, ਜਿਹੜਾ ਇੱਥੇ ਨੈੱਟ ਤੇ ਇੱਕ ਮੈਨੂੰ ਮਿਲਿਆ ਸੀ, ਇੱਕ ਲੋਕਲ ਨੰਬਰ ਲੁਧਿਆਣੇ ਦਾ, ਇੱਕ ਮੋਬਾਈਲ ਸੀ, ਉਹਨਾਂ ਨੇ ਚੱਕਿਆ ਨਹੀਂ। ਇਹ ਪਤਾ ਨਹੀਂ ਉਹਨਾਂ ਦਾ ਨੰਬਰ ਹੈ ਜਾਂ ਹੋਰ ਕਿਸ ਦਾ ਹੈ। ਸੋ ਇਹਦਾ ਧਿਆਨ ਰੱਖੋ ਜੀ। ਡੂੰਘਾਈ ਤੱਕ ਗੱਲ ਕਰਨੀ ਹੋਵੇ ਹੋਰ ਹੋ ਸਕਦੀ ਹੈ, ਔਰ ਜਦੋਂ ਆਉਣ ਵਾਲੇ ਟਾਈਮ 'ਚ ਇਹ ਕੰਮ ਵੱਡੇ ਲੈਵਲ ਤੇ ਕਰਨ ਦੀ ਲੋੜ ਹੈ। ਦਵਾਈਆਂ ਦਾ ਤਾਂ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਹੋ ਗਈ ਹੈ, ਦਾਲਾਂ ਸਬਜ਼ੀਆਂ ਦੀ ਵੀ ਹੋ ਗਈ ਹੈ, ਪਰ ਉੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਦੇਖੋਗੇ ਤੁਹਾਡੇ ਨਾਲ ਖੜਾ ਤਕੜੀ ਦੇ। ਇਹ ਨਾ ਸੋਚਣਾ ਕਿ ਕੋਈ ਨਹੀਂ ਦੇਖਦਾ ਹੈ। ਇੱਕ ਇੱਕ ਚੀਜ਼ ਲਿਖੀ ਜਾਂਦੀ ਹੈ। ਮੈਂ ਇਹ ਵੀ ਸੁਣਿਆ ਹੈ ਕਿ ਅੱਜ ਕੱਲ੍ਹ ਜੋ ਡਾਕਟਰ ਹਨ, ਤੁਸੀਂ ਉੱਥੇ ਗਏ ਨਹੀਂ ਤੇ ਤੁਹਾਡੇ ਤੋਂ ਲੱਖਾਂ ਰੁਪਈਆ ਬੇਫਜ਼ੂਲ ਲੈ ਲੈਂਦੇ ਹਨ। ਕੁਝ ਲੋਕਾਂ ਦੇ ਅੰਗ ਵੀ ਕੱਢ ਕੇ ਵੇਚ ਦਿੰਦੇ ਹਨ। ਮਰੇ ਹੋਏ ਬੰਦੇ ਦੇ ਸਾਹ ਚਲਾਉਂਦੇ ਰਹਿੰਦੇ ਹਨ ਤੇ ਪੈਸੇ ਲੈਂਦੇ ਰਹਿੰਦੇ ਹਨ। ਇਹ ਵੀ ਸੁਣਿਆ ਸੀ ਕੋਈ ਕਰੋਨਾ ਨਾਲ ਮਰ ਗਿਆ ਸੀ ਤੇ ਉਹ ਪਤਾ ਨਹੀਂ 6-7 ਲੱਖ ਰੁਪਈਆ ਕਹਿੰਦੇ ਸੀ ਦਿਓ ਤਾਂ ਲਾਸ਼ ਦੇਵਾਂਗੇ। ਇਹਨਾਂ ਲੋਕਾਂ ਨੂੰ ਠੀਕ ਹੈ, ਉਹਨਾਂ ਦਾ ਧੰਦਾ ਹੈ, ਪਰ ਸਤਿਗੁਰੂ ਨਾਨਕ ਦਾ ਮਿਸ਼ਨ ਅੱਗੇ ਵਧਾਉਣ ਵਾਸਤੇ ਕਿਤੇ ਅਜਿਹੀਆਂ ਜਗ੍ਹਾ ਤੇ ਮੋਦੀਖਾਨੇ ਬਣਾਓ, ਨਾਲ ਡਾਕਟਰ ਵੀ ਬਿਠਾ ਦਿਓ।
ਕੋਈ ਅਜਿਹਾ ਹੋਵੇ ਆਪਰੇਸ਼ਨ ਦਾ ਵੀ ਪ੍ਰਬੰਧ ਹੋ ਜਾਏ। ਡਾਕਟਰ ਯੋਗ ਦਵਾਈਆਂ ਦੇਖ ਦੇਖ ਕੇ ਦੇ ਦੇਣ ਤਾਂ ਬਾਤਾਂ ਹੀ ਨਿਰਾਲੀਆਂ ਹੋ ਜਾਣ। ਹੋਰ ਬਹੁਤ ਕੰਮ ਹਨ। ਸਤਿਗੁਰੂ ਨਾਨਕ ਨੇ ਬੜਿਆਂ ਨੂੰ ਇਨਸਾਫ ਦਿਵਾਏ ਹਨ। ਤੁਹਾਡੇ ਕੋਲ ਵਕੀਲ ਵੀ ਆ ਜਾਣੇ ਹਨ। ਜਿੱਥੇ ਕੋਈ ਬੇਇਨਸਾਫੀ ਹੁੰਦੀ ਹੈ, ਸਮਾਂ ਲੱਗੇਗਾ। ਸਾਡੇ ਕੋਲ ਵਕੀਲ ਵੀ ਆ ਜਾਣੇ ਹਨ। ਜਿੱਥੇ ਤੁਹਾਡੇ ਤੇ ਕੋਈ ਬਲੀ ਕੰਧਾਰੀ ਪੱਥਰ ਸੱਟਦਾ ਹੈ, ਉੱਥੇ ਨਾਨਕ ਦਾ ਪੰਜਾ ਵੀ ਪਹੁੰਚ ਜਾਣਾ। ਜਿੱਥੇ ਸੱਜਣ ਠੱਗ ਤੁਹਾਨੂੰ ਜ਼ਹਿਰ ਖਵਾ ਕੇ ਲੁੱਟਣਾ ਚਾਹੁੰਦਾ ਹੈ, ਉੱਥੇ ਨਾਨਕ ਨੇ ਆਖ ਦੇਣਾ ਹੈ, ਮਰਦਾਨਿਆਂ ਰਵਾਬ ਕੱਢ। ਮਰਦਾਨੇ ਦੀ ਰਵਾਬ ਜਿੱਥੇ ਛਿੜਦੀ ਸੀ, ਉੱਥੇ ਪਾਪੀ ਜੋ ਸਨ, ਉਹਨਾਂ ਦੀ ਮੈਲ ਧੋ ਕੇ ਉਜਲ ਸਾਫ਼ ਸਫੈਦ ਹੋ ਜਾਂਦੇ ਸਨ। ਸ਼ਾਇਦ ਸਾਧ ਸੰਗਤ ਜੀ ਸਮਾਂ ਆ ਗਿਆ ਹੋਵੇ। ਸਤਿਗੁਰੂ ਨੇ ਆਪਣੇ ਲਈ ਕੁਝ ਨਹੀਂ ਬਣਾਇਆ, ਸਾਰਾ ਜੀਵਨ ਵਾਰ ਦਿੱਤਾ ਹੈ। ਨਾ ਦਿਨ ਦੇਖਿਆ ਹੈ, ਨਾ ਰਾਤ ਦੇਖੀ, ਨਾ ਧੁੱਪ ਨਾ ਛਾਂ। ਜਿੱਥੇ ਗਏ ਹਨ ਧੱਕੇ ਵੀ ਖਾਦੇ ਹਨ, ਪਰ ਦੁਨੀਆ ਨੂੰ ਜੋ ਮਾਰਗ ਦਿਖਾਇਆ ਹੈ, ਉੱਤਮ ਮਾਰਗ, ਜੋ ਇਸ ਜੀਵਨ ਦਾ ਸਭ ਤੋਂ ਵੱਡਾ ਜੋ ਹੈ ਤੁਹਾਡਾ ਕਾਰਜ ਹੈ। ਸੋ ਵੀਡੀਓ ਲੰਬੀ ਹੋਣ ਦੇ ਡਰੋਂ ਹੋਰ ਉਪਦੇਸ਼ ਜੋ ਸਤਿਗੁਰ ਦਾ ਹੈ, ਆਪਣਾ ਕੁਝ ਨਹੀਂ ਹੈ। ਜੋ ਉਹਨਾਂ ਦਾ ਉਪਦੇਸ਼ ਹੈ, ਉਹ ਆਪਾਂ ਇੰਨਾ ਕੁ ਹੀ ਰੱਖਦੇ ਹਾਂ। ਮੇਰਾ ਮੁੱਖ ਉਪਦੇਸ਼ ਦਾ ਕਾਰਨ ਸੀ ਜੋ ਮੋਦੀ ਖਾਨੇ ਖੁੱਲ ਰਹੇ ਹਨ, ਉਹਨਾਂ ਤੇ ਗੌਰ ਕਰਨ ਦੀ ਵਿਸ਼ੇਸ਼ ਜ਼ਰੂਰਤ ਹੈ ਔਰ ਵਿਸ਼ੇਸ਼ ਨੀਤੀ ਦੀ ਵੀ ਲੋੜ ਹੈ, ਤਾਂ ਜੋ ਸਾਧ ਸੰਗਤ ਜੋ ਹੈ ਲਾਭ ਲੈ ਸਕੇ ਅਤੇ ਚੋਰ ਉਚੱਕੇ ਵਿੱਚ ਆ ਕੇ ਸਤਿਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਨੁਕਸਾਨ ਨਾ ਕਰ ਸਕਣ। ਐਵੇਂ ਹੀ ਕੋਈ ਬੰਦਾ ਖੋਲ ਨਾ ਸਕੇ। ਮੈਂ ਇਹ ਤੁਹਾਨੂੰ ਫਿਰ ਇੱਕ ਕਿਸਮ ਦੀ ਐਡਵਾਈਸ ਜਾਂ ਰਿਕੁਐਸਟ ਸਮਝ ਲਓ, ਜਾਂ ਜੋ ਵੀ ਮਰਜ਼ੀ ਸਮਝ ਲਓ, ਅਜਿਹਾ ਨਾ ਹੋਣ ਦਿਓ। ਲੋਕਾਂ ਦੇ ਦਿਲਾਂ ਵਿੱਚ ਸ਼ਰਧਾ ਇਸ ਸਮੇਂ ਤੇ ਬਹੁਤ ਘੱਟ ਹੈ। ਕਈਆਂ ਨੇ ਖੋਟੇ ਪੈਸੇ ਚਲਾਉਣੇ ਹਨ। ਮੈਂ ਇੱਕ ਦੁਕਾਨਦਾਰ ਦਾ ਜੋ ਦੇਖਿਆ ਸੀ, ਉੱਥੋਂ ਹੀ ਮੇਰੇ ਦਿਲ 'ਚ ਆਇਆ ਕਿ ਇਹ ਬੰਦਿਆਂ ਨੇ ਜਿਹੜਾ ਕਹਿਤਾ ਜੀ ਅਸੀਂ ਥੋੜ੍ਹੀ ਜ਼ਿਆਦਾ ਆਪਣਾ ਖਰਚਾ ਲਵਾਂਗੇ, ਫਿਰ ਮੋਦੀ ਖਾਨੇ ਜਿਹੜੇ ਹਨ, ਨਾਨਕ ਹਰ ਥਾਂ ਤੇ ਤਾਂ ਨਹੀਂ ਬੈਠ ਸਕਦਾ। ਸੋ ਸਾਧ ਸੰਗਤ ਜੀ, ਇਹਨਾਂ ਗੱਲਾਂ ਵਿੱਚੋਂ ਉਮੀਦ ਹੈ ਕਿ ਤੁਹਾਨੂੰ ਕਾਫੀ ਕੁਝ ਨਾ ਕੁਝ ਚੰਗਾ ਲੱਗਿਆ ਹੋਵੇਗਾ। ਜੇਕਰ ਫਾਇਦੇ ਵਾਲੀ ਗੱਲ ਨਾ ਲੱਗਦੀ ਹੋਵੇ, ਤੁਹਾਡੀ ਆਪਣੀ ਸੋਚ ਮੁਤਾਬਕ ਜ਼ਰੂਰ ਦੇਖਣਾ, ਤੇ ਵਿਵਾਦ ਨਹੀਂ ਆਪਾਂ ਬਣਾਉਣਾ ਕਿ ਭਾਈ ਆਹ ਗੱਲ ਕਹੀ ਹੈ, ਆਹ ਗੱਲ ਕਹੀ ਹੈ। ਆਪਾਂ ਨੂੰ ਇਸ ਗੱਲ ਦੀ ਜਿਹੜੀ ਹੈਗੀ ਬੇਨਤੀ ਆਪਣੇ ਕੋਲੋਂ ਮੈਂ ਕਰ ਰਿਹਾ ਹਾਂ, ਕਿਰਪਾ ਕਰਨੀ। ਤੇ ਉਮੀਦ ਹੈ ਕਿ ਇਹ ਵੀਰ ਜਿਹੜੇ ਪ੍ਰਬੰਧਕ ਹਨ,
ਉਹ ਇਸ ਨੂੰ ਉਹਨਾਂ ਕੋਲ ਪਹੁੰਚਾਇਆ ਜਾਵੇ ਵੀਡੀਓ ਨੂੰ। ਲੁਧਿਆਣੇ ਵਾਲੇ ਜਿੰਦੂ ਜੀ ਸ਼ਾਇਦ ਉਹਨਾਂ ਦਾ ਨਾਮ ਹੈ, ਤੇ ਉਹ ਅੱਗੇ ਵਿਚਾਰ ਕਰਨ। ਹਾਲੇ ਬਹੁਤ ਗੱਲਾਂ ਹੋਰ ਹਨ ਜਿਹੜੀਆਂ ਵਿੱਚ ਕੀਤੀਆਂ ਜਾ ਸਕਦੀਆਂ ਹਨ, ਤੇ ਉਹ ਗੱਲਾਂ ਜਿਹੜੀਆਂ ਹਨ ਜੇ ਮੇਰੇ ਤੋਂ ਉਹ ਸੋਚਦੇ ਹਨ ਕਰਕੇ ਕੁਛ ਗੱਲ ਕਰਨੀ ਚਾਹੁੰਦੇ ਹਨ, ਤਾਂ ਹਾਲੈਂਡ ਦਾ ਟਾਈਮ ਜੋ ਹੈ ਉਹ ਇੰਡੀਆ ਦਾ 3.5 ਘੰਟੇ ਦਾ ਫਰਕ ਹੈ। ਇੰਡੀਆ ਦੇ ਤਕਰੀਬਨ 1 ਵਜੇ ਤੋਂ ਬਾਅਦ 'ਚ ਕਿਸੇ ਵੀ ਦੇਸ਼ ਤੋਂ ਫੋਨ ਸਾਨੂੰ ਕਰ ਸਕਦੇ ਹੋ, ਅਸੀਂ ਅਟੈਂਡ ਕਰੀਦਾ ਹੈ। ਤੇ ਰਾਤ ਨੂੰ ਆਮ ਕਰਕੇ ਫੋਨ ਨਹੀਂ ਚੱਕੀਦਾ। ਸੋ ਸਾਧ ਸੰਗਤ ਜੀ, ਮੇਰਾ ਕਰਨੀਆਂ ਕਿਸੇ ਤਰੀਕੇ ਦੇ ਨਾਲ, ਜੇ ਤੁਸੀਂ ਇਸ ਚੀਜ਼ ਦੀ ਸੰਗਤਾਂ ਤੇ ਇੰਨੀ ਕਮਾਈ ਕਰਕੇ ਦਿਖਾ ਦਿਓਗੇ ਨਾ ਕਿ ਸਤਿਗੁਰੂ ਨਾਨਕ ਤੁਹਾਡੇ ਨਾਲ ਹੈ, ਤਾਂ ਸਾਰੀ ਦੁਨੀਆ ਤੁਹਾਡੇ ਨਾਲ ਹੋਵੇਗੀ। ਚੱਕੜ ਤੂਫਾਨ ਤੁਹਾਨੂੰ ਹਿਲਾ ਨਹੀਂ ਸਕਣਗੇ। ਮਰਦਾਨੇ ਨੂੰ ਤੁਸੀਂ ਜਾਣਦੇ ਹੋ, ਜਿੱਥੇ ਜਾਂਦੇ ਸਨ ਇਤਿਹਾਸ ਦੱਸਦਾ ਹੈ ਕਈਆਂ ਥਾਂ ਤੇ ਫਸ ਜਾਂਦੇ ਸਨ। ਮਤਲਬ ਫਸਣ ਵਾਲੀ ਗੱਲ ਕੋਈ ਨਹੀਂ ਹੈ। ਉਹ ਸਤਿਗੁਰੂ ਨਾਨਕ ਨੇ ਆਪਣੇ ਜੋ ਖੇਲ ਰਚਾਉਂਦੇ ਸਨ ਕਿ ਤੂੰ ਫਸ ਜਾ ਮੇਰਿਆ ਸਖਾ, ਮੈਂ ਬੈਠਾ, ਮੇਰੇ ਬੈਠਿਆਂ ਤੇਲ ਦਾ ਤੱਤਾ ਕੜਾਹਾ ਸੀਤ ਹੋ ਜਾਏਗਾ। ਇਹ ਜੋ ਪੱਥਰ ਬਲੀ ਕੰਧਾਰੀ ਨੇ ਤੇਰੇ ਤੇ ਸਿੱਟਿਆ ਸੀ ਨਾ, ਮਰਦਾਨਾ ਜੀ ਦੌੜੇ ਆਉਂਦੇ ਹਨ। ਇਤਿਹਾਸ ਵਿੱਚ ਬੜੇ ਤਰੀਕੇ ਨਾਲ ਲਿਖਿਆ ਹੋਇਆ। ਕੋਈ ਕਹਿੰਦਾ ਹੈ ਚੀਕਾਂ ਮਾਰਦੇ ਆਉਂਦੇ ਸਨ, ਕੋਈ ਕਹਿੰਦਾ ਜੀ ਬਚਾਓ ਬਾਬਾ ਜੀ, ਬਚਾਓ ਬਾਬਾ ਜੀ। ਮਤਲਬ ਗੱਲਾਂ ਬਾਤਾਂ ਬੜੇ ਤਰੀਕੇ ਨਾਲ ਲਿਖੀਆਂ ਹਨ। ਜੇ ਗੁਰੂ ਨਾਲ ਹੈ ਤਾਂ ਕੋਈ ਰੱਤਾ ਪਰ ਵੀ ਨੁਕਸਾਨ ਨਹੀਂ। ਸੋ ਸਾਧ ਸੰਗਤ ਜੀ, ਇੰਨਾ ਹੀ ਪ੍ਰਵਾਨ ਕਰਨਾ ਮੇਨ ਮਕਸਦ। ਸਤਿਗੁਰੂ ਨਾਨਕ ਦੇਵ ਜੀ ਦਾ ਮੋਦੀਖਾਨਾ ਔਰ ਹੁਣ ਦੇ ਮੋਦੀਖਾਨੇ ਦੇ ਦਰਮਿਆਨ ਜੋ ਸਾਨੂੰ ਸੋਚਣ ਦੀ ਲੋੜ ਹੈ, ਉਹ ਬੜਾ ਜ਼ਰੂਰੀ ਹੈ। ਇੰਨੀ ਹਾਜ਼ਰੀ ਕਬੂਲ ਕਰਨੀ। ਮੇਰਾ ਟੈਲੀਫੋਨ ਮੈਂ ਦੱਸ ਰਿਹਾ ਹਾਂ, ਜ਼ਰੂਰਤ ਮੁਤਾਬਕ ਕਿ ਤੁਸੀਂ ਮੈਨੂੰ ਗੱਲ ਕਰਨੀ ਚਾਹੋ ਤੇ ਕਰ ਸਕਦੇ ਹੋ। 0031 61 55 234 39। मैं एक बारी रिपीट करा जी, 0031 6155 23439। ਹਾਲੈਂਡ ਦੇਸ਼ ਦਾ ਟੈਲੀਫੋਨ। ਦਾਸ ਦਾ ਨਾਮ ਦਵਿੰਦਰ ਸਿੰਘ ਥੰਮਣਵਾਲ। ਓਕੇ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਹਾਡਾ ਟਾਈਮ ਲਿਆ है। और ये वीडियो अगर तुसी शेयर करनी चाहो तो कर सकते हो, होर कोई साडा मकसद नहीं है। असी अपना भी एक मोदीखाना बना लिए अपनी देही का, तो उन्होंने वीरां कोल ये पहुँचा दी जाए तो बहुत वधिया होगा। भुल्लां चुक्कां दी खिमा जी। वाहिगुरू जी का खालसा, वाहिगुरू जी की फतेह।